ਦੇ ਨਾਲ ਤੁਸੀਂ ਬਣੇ ਹੋਏ ਹੋ। ਮੈਂ ਹਾਂ ਸੁਖ ਸੋਹਲ। ਇਸ ਵੇਲੇ ਦੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਬਿਕਰਮ ਮਜੀਠੀਆ ਦੀ ਧਰਮ ਪਤਨੀ ਗੁਰਨੀਵ ਕੌਰ ਵੱਲੋਂ ਮਜੀਠਾ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਗਏ ਨੇ। ਸੋ ਉਹਨਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਨਾਲ ਇਸ ਗੱਲ ਦੇ ਉੱਤੇ ਪੱਕੀ ਮੋਹਰ ਲੱਗਦੀ ਨਜ਼ਰ ਆ ਰਹੀ ਹੈ ਕਿ ਬਿਕਰਮ ਮਜੀਠੀਆ ਮਜੀਠਾ ਹਲਕਾ ਛੱਡ ਕੇ ਸਿਰਫ ਤੇ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨਗੇ। ਸੋ ਤਸਵੀਰਾਂ ਵੀਡੀਓ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਸ ਸਮੇਂ ਦੀ ਜਦੋਂ ਬਿਕਰਮ ਮਜੀਠੀਆ ਦੀ ਧਰਮ ਪਤਨੀ ਗੁਰਨੀਵ ਕੌਰ ਅੱਜ ਚੁੱਪ ਚਪੀਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ। ਇਸ ਮੌਕੇ ਉਹਨਾਂ ਨੇ ਜਿੱਥੇ ਮੀਡੀਆ ਤੋਂ ਦੂਰੀ ਬਣਾਈ ਰੱਖੀ, ਉੱਥੇ ਹੀ ਬਿਲਕੁਲ ਸਾਦੇ ਢੰਗ ਦੇ ਨਾਲ ਉਹ ਐਸਡੀਐਮ ਦਫ਼ਤਰ ਦੇ ਵਿੱਚ ਪਹੁੰਚਦੇ ਨੇ। ਦਫ਼ਤਰ ਦੇ ਵਿੱਚ ਆ ਕੇ ਉਹ ਕਾਗਜ਼ ਭਰਦੇ ਨੇ ਤੇ ਮੀਡੀਆ ਦੇ ਨਾਲ ਗੱਲਬਾਤ ਕੀਤੇ ਬਿਨਾਂ ਹੀ ਉਹ ਉੱਥੋਂ ਵਾਪਸ ਚਲੇ ਜਾਂਦੇ ਨੇ। ਗੁਰਨੀਵ ਕੌਰ ਸਿਆਸਤ ਦੇ ਵਿੱਚ ਬਹੁਤਾ ਜਾਣਿਆ ਪਹਿਚਾਨਿਆ ਨਾਮ ਨਹੀਂ ਹੈ, ਕਿਉਂਕਿ ਬਿਕਰਮ ਮਜੀਠੀਆ ਦੇ ਚੋਣ ਪ੍ਰਚਾਰ ਦੇ ਦੌਰਾਨ ਵੀ ਉਹ ਆਪਣੇ ਆਪ ਨੂੰ ਹਮੇਸ਼ਾ ਹੀ ਸਿਆਸੀ ਪਿੱਚ ਤੋਂ ਦੂਰ ਰੱਖਦੇ ਰਹੇ ਨੇ। ਪਰ ਹੁਣ ਜਦੋਂ ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ ਦੇ ਨਾਲ ਦੋ ਹੱਥ ਕਰਨ ਦਾ ਫੈਸਲਾ ਲਿਆ ਹੈ ਤਾਂ ਇਸ ਫੈਸਲੇ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਬੀਬਾ ਗੁਰਨੀਵ ਕੌਰ ਵੀ ਉਹਨਾਂ ਦਾ ਸਾਥ ਦਿੰਦੀ ਨਜ਼ਰ ਆ ਰਹੀ ਹੈ, ਜੋ ਕਿ ਬਿਕਰਮ ਮਜੀਠੀਆ ਦੀ ਜਗ੍ਹਾ ਮਜੀਠੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਨੇ। ਸੋ ਕੱਲ ਆਖਰੀ ਦਿਨ ਹੈ। ਅੱਜ ਨਾਮਜ਼ਦਗੀਆਂ ਪੱਤਰ ਦਾਖਲ ਕਰਨ ਦੇ ਵਿੱਚ ਵੱਡੇ ਉਮੀਦਵਾਰ ਜਿਹੜੇ ਸਨ ਉਹ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਆਪਣੇ ਕਾਗਜ਼ ਦਾਖਲ ਕਰਦੇ ਦਿਖਾਈ ਦਿੱਤੇ। ਉਸੇ ਹੀ ਦੌਰਾਨ ਅੱਜ ਬੀਬਾ ਗੁਰਨੀਵ ਕੌਰ ਜੋ ਕਿ ਬਿਕਰਮ ਮਜੀਠੀਆ ਦੇ ਧਰਮ ਪਤਨੀ ਨੇ, ਉਹ ਚੁੱਪ ਚਪੀਤੇ ਪਹੁੰਚਦੇ ਨੇ ਐਸਡੀਐਮ ਦਫ਼ਤਰ ਤੇ ਉੱਥੇ ਕਾਗਜ਼ ਦਾਖਲ ਕਰਕੇ ਮੀਡੀਆ ਦੇ ਨਾਲ ਮੁਖਾਤਬ ਹੋਏ ਬਿਨਾਂ ਹੀ ਉੱਥੋਂ ਵਾਪਸ ਚਲੇ ਜਾਂਦੇ ਨੇ। ਸੋ ਕੱਲ ਆਖਰੀ ਦਿਨ ਹੈ, ਉਸ ਤੋਂ ਬਾਅਦ ਕਾਗਜ਼ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਤੇ ਮੰਨਿਆ ਜਾ ਰਿਹਾ ਹੈ ਕਿ ਬਿਕਰਮ ਮਜੀਠੀਆ ਕਾਗਜ਼ ਵਾਪਸ ਲੈ ਲੈਣਗੇ ਮਜੀਠਾ ਹਲਕੇ ਤੋਂ ਤੇ ਉਹਨਾਂ ਦੀ ਧਰਮ ਪਤਨੀ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਉੱਤੇ ਮਜੀਠਾ ਹਲਕੇ ਤੋਂ ਚੋਣ ਲੜਦੀ ਨਜ਼ਰ ਆਵੇਗੀ। ਸੋ ਇੱਕ ਹੋਰ ਪਰਿਵਾਰਕ ਮੈਂਬਰ ਦੀ ਐਂਟਰੀ ਵੀ ਕਹਿ ਸਕਦੇ ਹਾਂ ਕਿ ਸਿਆਸਤ ਦੇ ਵਿੱਚ ਹੋ ਰਹੀ ਹੈ। ਹੁਣ ਤੱਕ ਜਿਹੜੀ ਸਰਗਰਮ ਸਿਆਸਤ ਹੈ ਉਸ ਦੇ ਵਿੱਚ ਬੀਬਾ ਗੁਰਨੀਵ ਕੌਰ ਹੋਣਾ ਨੇ ਆਪਣੇ ਆਪ ਨੂੰ ਬਿਲਕੁਲ ਦੂਰ ਰੱਖਿਆ ਹੋਇਆ ਸੀ। ਉਹ ਕਦੇ ਵੀ ਬਿਕਰਮ ਮਜੀਠੀਆ ਦੇ ਨਾਲ ਵੀ ਸਿਆਸਤ ਦੇ ਵਿੱਚ ਡੋਰ ਟੂ ਡੋਰ ਜਾਂ ਫਿਰ ਉਹਨਾਂ ਦੇ ਨਾਲ ਚੋਣ ਪ੍ਰਚਾਰ ਕਰਦੇ ਵੀ ਦਿਖਾਈ ਨਹੀਂ ਦਿੱਤੇ। ਇੱਥੋਂ ਤੱਕ ਕਿ ਉਹਨਾਂ ਨੇ ਕੋਈ ਵੀ ਸਿਆਸੀ ਸਰਗਰਮੀ ਹੁਣ ਤੱਕ ਨਹੀਂ ਦਿਖਾਈ ਸੀ, ਪਰ ਹੁਣ ਉਹਨਾਂ ਨੇ ਆਪਣੇ ਪਤੀ ਬਿਕਰਮ ਮਜੀਠੀਆ ਦਾ ਉਸ ਵੇਲੇ ਸਾਥ ਦੇਣ ਦਾ ਫੈਸਲਾ ਕੀਤਾ ਹੈ ਜਦੋਂ ਉਹਨਾਂ ਨੂੰ ਇਹ ਚੁਣੌਤੀ ਦਿੱਤੀ ਜਾ ਰਹੀ ਸੀ ਕਿ ਜੇਕਰ ਉਹ ਮਾਝੇ ਦੇ ਜਰਨੈਲ ਨੇ ਜਾਂ ਫਿਰ ਜੇਕਰ ਉਹ ਸੱਚਮੁੱਚ ਹੀ ਨਵਜੋਤ ਸਿੱਧੂ ਦਾ ਮੁਕਾਬਲਾ ਕਰਨਾ ਚਾਹੁੰਦੇ ਨੇ ਤਾਂ ਫਿਰ 2 ਸੀਟਾਂ ਦੀ ਜਗ੍ਹਾ 1 ਸੀਟ ਤੋਂ ਚੋਣ ਲੜਨ, ਮਜੀਠਾ ਛੱਡ ਕੇ ਅੰਮ੍ਰਿਤਸਰ ਪੂਰਬੀ ਆ ਕੇ ਉਹ ਨਵਜੋਤ ਸਿੱਧੂ ਦੇ ਨਾਲ ਦੋ ਹੱਥ ਕਰਨ। ਸੋ ਜਿੰਨੇ ਵੀ ਚੈਲੰਜ ਹੁਣ ਤੱਕ ਨਵਜੋਤ ਸਿੱਧੂ ਵੱਲੋਂ ਬਿਕਰਮ ਮਜੀਠੀਆ ਨੂੰ ਕੀਤੇ ਗਏ ਨੇ, ਬਿਕਰਮ ਮਜੀਠੀਆ ਹਰ ਚੈਲੰਜ ਕਬੂਲ ਕਰਦੇ ਨਜ਼ਰ ਆਏ ਨੇ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਚੈਲੰਜ ਕੀਤਾ ਸੀ ਕਿ ਬਿਕਰਮ ਮਜੀਠੀਆ 'ਚ ਜੇ ਦਮ ਹੈ ਤਾਂ ਉਹਨਾਂ ਦੇ ਹਲਕੇ ਤੋਂ ਉਹਨਾਂ ਦੇ ਖਿਲਾਫ ਆ ਕੇ ਚੋਣ ਲੜੇ। ਸ਼੍ਰੋਮਣੀ ਅਕਾਲੀ ਦਲ ਨੇ ਮਜੀਠੀਆ ਨੂੰ ਉਮੀਦਵਾਰ ਐਲਾਨਿਆ ਤਾਂ ਬਿਕਰਮ ਮਜੀਠੀਆ ਨੇ ਉੱਥੇ ਆ ਕੇ ਧਮਾਕੇਦਾਰ ਐਂਟਰੀ ਜਿਹੜੀ ਸੀ ਕੀਤੀ ਸੀ। ਕੁਝ ਕੌਂਸਲਰ ਵੀ ਉਹਨਾਂ ਨੇ ਆਪਣੇ ਨਾਮ ਸ਼ਾਮਲ ਕੀਤੇ। ਉਸ ਤੋਂ ਬਾਅਦ ਇੱਕ ਨਵਾਂ ਚੈਲੰਜ ਕਾਂਗਰਸ ਵੱਲੋਂ ਤੇ ਨਵਜੋਤ ਸਿੱਧੂ ਵੱਲੋਂ ਬਿਕਰਮ ਮਜੀਠੀਆ ਨੂੰ ਦਿੱਤਾ ਗਿਆ ਕਿ ਜੇਕਰ ਉਹਨਾਂ 'ਚ ਦਮ ਸੱਚਮੁੱਚ ਹੈ, ਜੇਕਰ ਉਹ ਮਾਝੇ ਦੇ ਜਰਨੈਲ ਨੇ ਤਾਂ ਉਹ ਮਜੀਠਾ ਛੱਡ ਕੇ ਸਿਰਫ ਤੇ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨ। ਤੇ ਉਹ ਵੀ ਚੈਲੰਜ ਹੁਣ ਕਬੂਲ ਕਰਦੇ ਨਜ਼ਰ ਆ ਰਹੇ ਨੇ ਬਿਕਰਮ ਮਜੀਠੀਆ, ਕਿਉਂਕਿ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਬੀਬਾ ਗੁਰਨੀਵ ਕੌਰ ਦੀਆਂ ਨੇ ਜੋ ਕਿ ਬਿਕਰਮ ਮਜੀਠੀਆ ਦੀ ਧਰਮ ਪਤਨੀ ਨੇ ਤੇ ਉਹ ਅੱਜ ਚੁੱਪ ਚਪੀਤੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਕਾਗਜ਼ ਦਾਖਲ ਕਰਨ ਦੇ ਲਈ ਪਹੁੰਚੇ ਐਸਡੀਐਮ ਦਫ਼ਤਰ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਕਾਗਜ਼ ਦਾਖਲ ਕਰਦੇ ਨੇ, ਮੀਡੀਆ ਦੇ ਨਾਲ ਮੁਖਾਤਬ ਹੋਣ ਤੋਂ ਬਿਨਾਂ ਹੀ ਉਹ ਉੱਥੋਂ ਵਾਪਸ ਚਲੇ ਜਾਂਦੇ ਨੇ। ਸੋ ਬਿਕਰਮ ਮਜੀਠੀਆ ਮਜੀਠਾ ਹਲਕਾ ਛੱਡ ਸਕਦੇ ਨੇ, ਇਹ ਹੁਣ ਤੈਅ ਹੁੰਦਾ ਨਜ਼ਰ ਆ ਰਿਹਾ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਉਂਕਿ ਨਾਮਜ਼ਦਗੀ ਪੱਤਰ ਜਦੋਂ ਬਿਕਰਮ ਮਜੀਠੀਆ ਨੇ ਹੁਣ ਤੱਕ ਭਰਿਆ ਸੀ ਤਾਂ ਇਹ ਤੈਅ ਸੀ ਕਿ ਉਹ 2 ਸੀਟਾਂ ਤੋਂ ਹੀ ਲੜਨਗੇ, ਪਰ ਨਵਜੋਤ ਸਿੱਧੂ ਦੀ ਚੁਣੌਤੀ ਕਬੂਲ ਕਰਦੇ ਨਜ਼ਰ ਆ ਰਹੇ ਨੇ। ਬੜਾ ਵੱਡਾ ਫੈਸਲਾ ਕਹਿ ਸਕਦੇ ਹਾਂ ਕਿ ਇੱਕ ਸਿਆਸਤਦਾਨ ਦੇ ਤੌਰ ਦੇ ਉੱਤੇ ਆਪਣਾ ਜੱਦੀ ਹਲਕਾ ਛੱਡ ਕੇ, ਜਿਸ ਹਲਕੇ ਦੇ ਵਿੱਚ ਤੁਹਾਡੀ ਜਿੱਤ ਤੈਅ ਮੰਨੀ ਜਾਂਦੀ ਹੋਵੇ, ਉਸ ਹਲਕੇ ਨੂੰ ਛੱਡ ਕੇ ਤੁਹਾਡਾ ਇੱਕ ਅਜਿਹੇ ਹਲਕੇ ਦੇ ਵਿੱਚ ਜਾ ਕੇ ਚੋਣ ਲੜਨਾ ਜਿੱਥੋਂ ਜਿੱਤ ਤੇ ਹਾਰ ਦਾ
ਜਿਹੜਾ ਫੈਸਲਾ ਹੈ ਜਾਂ ਫੈਸਲਾ ਜਿਹੜਾ ਹੈ ਉਹ ਕਹਿ ਸਕਦੇ ਹਾਂ ਕਿ ਉਸ ਦਾ ਅੰਦਾਜ਼ਾ ਲਗਾਉਣਾ ਵੀ ਮੁਸ਼ਕਲ ਹੋਵੇ। ਸੋ ਅਜਿਹੇ 'ਚ ਐਡਾ ਵੱਡਾ ਰਿਸਕ ਲੈਂਦੇ ਬਿਕਰਮ ਮਜੀਠੀਆ ਨਜ਼ਰ ਆ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਚਿਹਰਾ ਨੇ। ਹਾਲਾਂਕਿ ਨਸ਼ੇ ਦੇ ਮੁੱਦੇ ਨੂੰ ਲੈ ਕੇ ਉਹਨਾਂ ਦੇ ਉੱਤੇ ਗ੍ਰਿਫਤਾਰੀ ਦੇ ਬੱਦਲ ਵੀ ਜਿਹੜੇ ਸਨ ਉਹ ਲਗਾਤਾਰ ਮੰਡਰਾ ਰਹੇ ਸਨ, ਪਰ ਅੱਜ ਉੱਥੋਂ ਵੀ ਉਹਨਾਂ ਨੂੰ ਰਾਹਤ ਮਿਲੀ। ਸੁਪਰੀਮ ਕੋਰਟ ਨੇ ਉਹਨਾਂ ਦੇ ਹੱਕ 'ਚ ਫੈਸਲਾ ਜਿਹੜਾ ਸੀ ਸੁਣਾਇਆ। ਸੁਪਰੀਮ ਕੋਰਟ ਨੇ 23 ਤਰੀਕ ਤੱਕ ਜਿਹੜਾ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਗਾ ਦਿੱਤੀ ਹੈ, ਜਿਸ ਤੋਂ ਬਾਅਦ ਜਦੋਂ ਫੈਸਲਾ ਸੁਪਰੀਮ ਕੋਰਟ ਦਾ ਆਉਂਦਾ ਹੈ ਤਾਂ ਉਸ ਤੋਂ ਕੁਝ ਹੀ ਘੰਟੇ ਬਾਅਦ ਬੀਬਾ ਗੁਨੀਬ ਕੌਰ ਪਹੁੰਚਦੇ ਨੇ ਐਸਟੀਐਮ ਦਫ਼ਤਰ ਤੇ ਉਹ ਮਜੀਠਾ ਹਲਕੇ ਤੋਂ ਆਪਣੀ ਨਾਮਜ਼ਦਗੀ ਦਾਖਲ ਕਰਦੇ ਨੇ। ਸੋ ਕੱਲ ਆਖਰੀ ਦਿਨ ਹੈ, ਉਸ ਤੋਂ ਬਾਅਦ ਕਾਗਜ਼ ਜਾਂਚ ਪੜਤਾਲ ਹੋਵੇਗੀ, ਕਾਗਜ਼ਾਂ ਦੀ ਕਾਗਜ਼ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਜਿਹੜੇ ਲੋਕ ਕਾਗਜ਼ ਵਾਪਸ ਲੈਣਾ ਚਾਹੁੰਦੇ ਨੇ ਉਹ ਆਪਣੀ ਇੱਛਾ ਮੁਤਾਬਕ ਆਪਣੇ ਕਾਗਜ਼ ਵਾਪਸ ਲੈ ਸਕਦੇ ਨੇ ਤੇ ਦੱਸਿਆ ਜਾ ਰਿਹਾ ਕਿ ਉਸੇ ਹੀ ਸਮੇਂ ਦੇ ਦੌਰਾਨ ਬਿਕਰਮ ਮਜੀਠੀਆ ਐਲਾਨ ਕਰਨਗੇ ਮਜੀਠਾ ਹਲਕੇ ਤੋਂ ਆਪਣੇ ਕਾਗਜ਼ ਵਾਪਸ ਲੈਣ ਦੇ ਤੇ ਬੀਬਾ ਗੁਨੀਬ ਕੌਰ ਇੱਕ ਸਿਆਸਤ ਦੇ ਵਿੱਚ ਨਵਾਂ ਚਿਹਰਾ ਪੰਜਾਬ ਦੇ ਲੋਕਾਂ ਨੂੰ ਦੇਖਣ ਨੂੰ ਮਿਲੇਗਾ। ਸੋ ਧਰਮ ਪਤਨੀ ਨੇ ਭਾਵੇਂ ਬਿਕਰਮ ਮਜੀਠੀਆ ਪੂਰੀ ਤਰ੍ਹਾਂ ਦੇ ਨਾਲ ਸਿਆਸਤ 'ਚ ਸਰਗਰਮ ਰਹੇ ਨੇ। ਹਰਸਿਮਰਤ ਕੌਰ ਬਾਦਲ ਉਹਨਾਂ ਦੇ ਸਕੀ ਭੈਣ ਉਹ ਸਿਆਸਤ ਦੇ ਵਿੱਚ ਸਰਗਰਮ ਨੇ। ਸੁਖਬੀਰ ਸਿੰਘ ਬਾਦਲ ਦਾ ਪੂਰਾ ਪਰਿਵਾਰ ਸਿਆਸਤ 'ਚ ਸਰਗਰਮ ਰਿਹਾ ਹੈ, ਪਰ ਦੇਖਦੇ ਰਹੇ ਹਾਂ ਕਿ ਬਿਕਰਮ ਮਜੀਠੀਆ ਦਾ ਪਰਿਵਾਰ ਹਮੇਸ਼ਾ ਹੀ ਸਿਆਸੀ ਸਰਗਰਮੀਆਂ ਤੋਂ ਪੂਰੀ ਤਰ੍ਹਾਂ ਦੇ ਨਾਲ ਦੂਰ ਰਿਹਾ ਹੈ। ਕਦੇ ਵੀ ਸਿਆਸੀ ਸਰਗਰਮੀਆਂ ਹੀ ਨਹੀਂ ਬਲਕਿ ਸੋਸ਼ਲ ਮੀਡੀਆ ਦੇ ਉੱਤੇ ਵੀ ਉਹਨਾਂ ਦੀ ਦਸਤਕ ਕਦੀ ਵੀ ਬਿਕਰਮ ਮਜੀਠੀਆ ਦੇ ਨਾਲ ਦਿਖਾਈ ਨਹੀਂ ਦਿੱਤੀ। ਪਰ ਹੁਣ ਵੱਡਾ ਫੈਸਲਾ ਲੈਂਦੇ ਹੋਏ ਉਹ ਮਜੀਠਾ ਤੋਂ ਕਾਗਜ਼ ਭਰ ਕੇ ਗਏ ਨੇ ਅੱਜ ਤੇ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਤੋਂ ਉਮੀਦਵਾਰ ਹੋਣਗੇ, ਜਿੱਥੇ ਉਹਨਾਂ ਦਾ ਮੁਕਾਬਲਾ ਲਾਲੀ ਮਜੀਠੀਆ ਤੇ ਕਾਂਗਰਸ ਦੇ ਉਮੀਦਵਾਰ ਦੇ ਨਾਲ ਹੋਵੇਗਾ। ਸੋ ਲਾਲੀ ਮਜੀਠੀਆ ਕਿਸੇ ਵੇਲੇ ਕਾਂਗਰਸ ਪਾਰਟੀ ਵੱਲੋਂ ਟੱਕਰ ਦਿੰਦੇ ਰਹੇ ਨੇ ਬਿਕਰਮ ਮਜੀਠੀਆ ਨੂੰ, ਇਸ ਵਾਰ ਉਹ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੇ ਤੇ ਉਹਨਾਂ ਦੇ ਮੁਕਾਬਲੇ ਗੁਨੀਬ ਕੌਰ ਉਮੀਦਵਾਰ ਵਜੋਂ ਉਤਰਦੇ ਨਜ਼ਰ ਆਉਣਗੇ। ਸੋ ਬਿਕਰਮ ਮਜੀਠੀਆ ਨਵਜੋਤ ਸਿੱਧੂ ਦੀ ਜੇਕਰ ਚੁਣੌਤੀ ਕਬੂਲ ਕਰਕੇ ਅੰਮ੍ਰਿਤਸਰ ਪੂਰਬੀ ਹਲਕੇ 'ਚ ਉਤਰਦੇ ਨੇ ਤਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਨੇ, ਵਰਕਰ ਨੇ, ਉਹ ਇਹ ਮਹਿਸੂਸ ਕਰ ਰਹੇ ਨੇ ਕਿ ਜੇਕਰ ਬਿਕਰਮ ਮਜੀਠੀਆ ਇੱਕ ਸੀਟ ਤੋਂ ਚੋਣ ਲੜਦੇ ਨੇ ਤਾਂ ਉਹ ਚੁਣੌਤੀ ਵੱਡੇ ਪੱਧਰ ਦੇ ਉੱਤੇ ਨਵਜੋਤ ਸਿੱਧੂ ਨੂੰ ਦੇ ਸਕਦੇ ਨੇ। ਜਿਹੜੀ ਕਹਿ ਸਕਦੇ ਆ ਕਿ ਇਲਜ਼ਾਮ ਹੁਣ ਉਹਨਾਂ ਦੇ ਉੱਤੇ ਇਹ ਲੱਗ ਰਹੇ ਸੀ ਕਿ ਉਹ ਸਿਰਫ ਦਿਖਾਵਾ ਕਰ ਰਹੇ ਨੇ, ਆਪਣੀ ਸੇਫ ਸੀਟ ਤੇ ਵੀ ਲੜ ਰਹੇ ਨੇ। ਨਵਜੋਤ ਸਿੱਧੂ ਖਿਲਾਫ ਕਾਗਜ਼ ਭਰ ਕੇ ਸਿਰਫ ਦਿਖਾਵਾ ਕੀਤਾ ਜਾ ਰਿਹਾ। ਸੋ ਉਸ ਚੀਜ਼ ਦੇ ਜਿਹੜੇ ਇਲਜ਼ਾਮ ਸਵਾਲ ਜਿਹੜੇ ਸਨ ਚੁੱਕੇ ਜਾ ਰਹੇ ਸਨ, ਉਹ ਸਵਾਲ ਜਿਹੜੇ ਨੇ ਉਹ ਬੰਦ ਹੋ ਜਾਣਗੇ ਜਦੋਂ ਮਜੀਠਾ ਹਲਕੇ ਤੋਂ ਆਪਣੀ ਦਾਅਵੇਦਾਰੀ ਛੱਡ ਦੇਣਗੇ ਤੇ ਇੱਕ ਵੱਡਾ ਰਿਸਕ ਆਪਣੇ ਸਿਆਸੀ ਕੈਰੀਅਰ ਦੇ ਵਿੱਚ ਲੈਣਗੇ। ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਵਰਗੇ ਕਾਗ ਸਿਆਸਤਦਾਨ ਦੇ ਮੂਹਰੇ ਚੋਣ ਲੜਨ ਦਾ, ਕਿਉਂਕਿ ਉਹ ਜੱਦੀ ਹਲਕਾ ਹੈ। ਨਵਜੋਤ ਸਿੱਧੂ ਹੁਣੀ ਵੀ ਉੱਥੋਂ ਲਗਾਤਾਰ ਜਿੱਤਦੇ ਰਹੇ ਨੇ, ਉਹਨਾਂ ਦੇ ਧਰਮ ਪਤਨੀ ਵੀ ਉੱਥੋਂ ਵਿਧਾਇਕ ਰਹੇ ਨੇ। ਖਾਸਾ ਦਬਦਬਾ ਹੈ। ਨਵਜੋਤ ਸਿੱਧੂ ਆਪਣੇ ਆਪ ਦੇ ਵਿੱਚ ਇੱਕ ਵੱਡਾ ਚਿਹਰਾ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਸੀਐਮ ਚਿਹਰੇ ਦੇ ਦਾਅਵੇਦਾਰ ਨੇ। ਸੋ ਅਜਿਹੇ ਸਿਆਸਤਦਾਨ ਦੇ ਮੂਹਰੇ ਆਡਾ ਲਾਉਣਾ ਇਸ ਤਰੀਕੇ ਦੇ ਨਾਲ ਆਪਣਾ ਸੇਫ ਹਲਕਾ ਛੱਡ ਕੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਰਿਸਕ ਇੱਕ ਸਿਆਸਤਦਾਨ ਵਜੋਂ ਦੇਖ ਸਕਦੇ ਆ ਕਿ ਜੋ ਬਿਕਰਮ ਮਜੀਠੀਆ ਆਉਣ ਵਾਲੇ ਦਿਨਾਂ 'ਚ ਲੈਂਦੇ ਨਜ਼ਰ ਆਉਣਗੇ। ਹਾਲਾਂਕਿ ਉਹਨਾਂ ਦੀ ਧਰਮ ਪਤਨੀ ਮਜੀਠਾ ਹਲਕਾ ਜਿੱਥੋਂ ਬਿਕਰਮ ਮਜੀਠੀਆ ਦੀ ਸੇਫ ਸੀਟ ਮੰਨੀ ਜਾਂਦੀ ਹੈ ਉੱਥੋਂ ਚੋਣ ਲੜਦੇ ਨਜ਼ਰ ਆਉਣਗੇ, ਪਰ ਉਹਨਾਂ ਦਾ ਹੁਣ ਪੂਰਾ ਧਿਆਨ ਜਿਹੜਾ ਹੈ ਅੰਮ੍ਰਿਤਸਰ ਪੂਰਬੀ ਹਲਕੇ ਤੇ ਰਹੇਗਾ। ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਦੇ ਮੁਕਾਬਲੇ ਨੇ ਪੰਜਾਬ ਦੀਆਂ ਇਸ ਵਾਰ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਭ ਤੋਂ ਹੌਟ ਸੀਟ ਬਣਾ ਦਿੱਤਾ ਹੈ ਅੰਮ੍ਰਿਤਸਰ ਪੂਰਬੀ ਦੀ ਸੀਟ ਨੂੰ। ਇਸ ਤੋਂ ਪਹਿਲਾਂ ਸਾਰਿਆਂ ਦੀਆਂ ਨਜ਼ਰਾਂ ਧੂਰੀ ਦੀ ਸੀਟ ਤੇ ਸੀ ਜਿੱਥੋਂ ਭਗਵੰਤ ਮਾਨ ਤੇ ਦਲਵੀਰ ਗੋਲਡੀ ਦਾ ਮੁਕਾਬਲਾ ਹੈ, ਪਰ ਜਦੋਂ ਤੋਂ ਬਿਕਰਮ ਮਜੀਠੀਆ ਉਤਰੇ ਨੇ ਨਵਜੋਤ ਸਿੱਧੂ ਦੇ ਖਿਲਾਫ ਉਸ ਸੀਟ ਦੇ ਚਰਚੇ ਹੁਣ ਪੂਰੇ ਪੰਜਾਬ 'ਚ ਹੋਣ ਲੱਗੇ ਨੇ। ਹਰ ਕੋਈ ਕਿਆਸ ਰਾਈਆਂ ਲਗਾ ਰਿਹਾ ਹੈ ਕਿ ਕਿਹੜਾ ਸਿਆਸਤਦਾਨ ਇੱਕ ਦੂਜੇ ਨੂੰ ਠਿੱਬੀ ਲਾਉਣ 'ਚ ਕਾਮਯਾਬ ਹੋਵੇਗਾ, ਕਿਉਂਕਿ ਬਿਕਰਮ ਮਜੀਠੀਆ ਤੇ ਨਵਜੋਤ ਸਿੱਧੂ ਦਾ ਸਿਆਸੀ ਇਤਿਹਾਸ ਇਕੱਠਿਆਂ ਦਾ ਦੇਖਿਆ ਜਾਵੇ ਤਾਂ ਕਿਸੇ ਵੇਲੇ ਇੱਕ ਦੂਜੇ ਤੋਂ ਜਾਨ ਵੀ ਵਾਰਨ ਤੱਕ ਜਾਂਦੇ ਸੀ, ਇੱਕ ਦੂਜੇ ਦੀਆਂ ਬਾਹਾਂ ਸਨ। ਪਰ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਿੱਧੂ ਪਰਿਵਾਰ ਦੀਆਂ ਦੂਰੀਆਂ ਵਧੀਆਂ, ਬਿਕਰਮ ਮਜੀਠੀਆ ਨਵਜੋਤ ਸਿੱਧੂ ਦੇ ਨਿਸ਼ਾਨੇ ਦੇ ਉੱਤੇ ਹਮੇਸ਼ਾ ਰਹੇ। ਵੱਡੇ ਵੱਡੇ ਇਲਜ਼ਾਮ ਨਵਜੋਤ ਸਿੱਧੂ ਉਹਨਾਂ ਦੇ ਉੱਤੇ ਲਗਾਉਂਦੇ ਰਹੇ। ਆਪਣੀ ਸਰਕਾਰ ਦੇ ਦੌਰਾਨ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਰਹੇ। ਜਦੋਂ ਗ੍ਰਿਫਤਾਰੀ ਨਹੀਂ ਹੋਈ ਤਾਂ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਂਗਲੀਆਂ ਚੁੱਕਦੇ
ਚਲਾਉਂਦੇ ਰਹੇ। ਫਿਰ ਜਦੋਂ ਕੇਸ ਦਰਜ ਹੋ ਕੇ ਵੀ ਗ੍ਰਿਫਤਾਰੀ ਨਾ ਹੋਈ ਤਾਂ ਮੌਜੂਦਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੇ ਉੱਤੇ ਵੀ ਨਵਜੋਤ ਸਿੱਧੂ ਉਂਗਲ ਚੁੱਕਦੇ ਰਹੇ। ਸੋ ਨਵਜੋਤ ਸਿੱਧੂ ਦੀ ਪਿਛਲੇ 5 ਸਾਲਾਂ ਦੇ ਦੌਰਾਨ ਕੋਸ਼ਿਸ਼ ਇਹ ਰਹੀ ਕਿ ਬਿਕਰਮ ਮਜੀਠੀਆ ਨੂੰ ਨਸ਼ੇ ਦੇ ਮੁੱਦੇ ਦੇ ਉੱਤੇ ਕੇਸ ਦਰਜ ਕਰਕੇ ਗ੍ਰਿਫਤਾਰ ਜ਼ਰੂਰ ਕੀਤਾ ਜਾਵੇ। ਸੋ ਵੱਡੇ ਇਲਜ਼ਾਮ ਉਹ ਲਗਾਉਂਦੇ ਰਹੇ, ਜਿਨ੍ਹਾਂ ਦਾ ਜਵਾਬ ਵੀ ਬਿਕਰਮ ਮਜੀਠੀਆ ਹਮੇਸ਼ਾ ਦਿੰਦੇ ਰਹੇ ਤੇ ਹੁਣ ਵੱਡੀ ਚੁਣੌਤੀ ਬਿਕਰਮ ਮਜੀਠੀਆ ਨੇ ਸਵੀਕਾਰ ਕਰਦੇ ਹੋਏ ਨਵਜੋਤ ਸਿੱਧੂ ਦੇ ਨਾਲ ਕਹਿ ਸਕਦੇ ਹਾਂ ਕਿ ਆਰ-ਪਾਰ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਹੈ। ਕਿਉਂਕਿ ਪਹਿਲਾਂ ਸਿਆਸੀ ਮਾਹਰ ਵੀ ਇਹ ਆਖ ਰਹੇ ਸੀ ਕਿ ਇਹ ਲੜਾਈ ਆਰ-ਪਾਰ ਦੀ ਨਹੀਂ ਆਖੀ ਜਾ ਸਕਦੀ, ਕਿਉਂਕਿ ਬਿਕਰਮ ਮਜੀਠੀਆ ਮਜੀਠਾ ਹਲਕੇ ਤੋਂ ਵੀ ਚੋਣ ਲੜ ਰਹੇ ਨੇ, ਜਿਹੜੀ ਉਹਨਾਂ ਦੀ ਸੇਫ ਸੀਟ ਹੈ, ਜਿੱਥੇ ਹਰ ਸਰਵੇ ਇਹ ਆਖ ਰਿਹਾ ਹੈ ਕਿ ਮਜੀਠੀਆ ਇੱਥੋਂ ਆਸਾਨੀ ਦੇ ਨਾਲ ਜਿੱਤ ਜਾਣਗੇ। ਪਰ ਹੁਣ ਜਦੋਂ ਉਹ ਮਜੀਠਾ ਹਲਕਾ ਛੱਡ ਦੇਣਗੇ, ਸਿਰਫ ਤੇ ਸਿਰਫ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨਗੇ, ਤਾਂ ਇਸ ਲੜਾਈ ਨੂੰ ਆਰ-ਪਾਰ ਬਣਾਉਣ ਦੇ ਮੂਡ 'ਚ ਦਿਖਾਈ ਦੇ ਰਹੇ ਨੇ ਬਿਕਰਮ ਮਜੀਠੀਆ। 2 ਦਿਨਾਂ ਤੱਕ ਇਸ ਦਾ ਐਲਾਨ ਪੱਕੇ ਤੌਰ ਦੇ ਉੱਤੇ ਹੋ ਜਾਵੇਗਾ, ਜਦੋਂ ਕਾਗਜ਼ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਕੱਲ ਆਖਰੀ ਦਿਨ ਹੈ ਨਾਮਜ਼ਦਗੀ ਕਾਗਜ਼ ਦਾਖਲ ਕਰਨ ਦਾ। ਉਸ ਤੋਂ ਬਾਅਦ ਜਾਂਚ ਪੜਤਾਲ ਹੋਵੇਗੀ। 1-2 ਦਿਨ ਦਿੱਤੇ ਜਾਣਗੇ ਉਮੀਦਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਕਾਗਜ਼ ਦਾਖਲ ਕੀਤੇ ਨੇ ਉਹਨਾਂ ਕਾਗਜ਼ਾਂ ਨੂੰ ਵਾਪਸ ਲੈਣ ਦੇ ਲਈ। ਜੇਕਰ ਕਿਸੇ ਦੀ ਇੱਛਾ ਹੈ ਸੋ ਉੱਥੇ ਇੱਛਾ ਮੁਤਾਬਕ ਬਿਕਰਮ ਮਜੀਠੀਆ ਆਪਣੇ ਕਾਗਜ਼ ਵਾਪਸ ਲੈਣ ਦਾ ਐਲਾਨ ਕਰਨਗੇ ਤੇ ਅੰਮ੍ਰਿਤਸਰ ਪੂਰਬੀ ਸੀਟ ਨੂੰ ਹੋਰ ਕਹਿ ਸਕਦੇ ਹਾਂ ਕਿ ਹੌਟ ਬਣਾਉਂਦੇ ਚੱਲਣਗੇ, ਜਿਸ ਦੇ ਚਰਚੇ ਅੱਜ ਪੂਰੇ ਪੰਜਾਬ 'ਚ ਹੁੰਦੇ ਦਿਖਾਈ ਦੇ ਰਹੇ ਨੇ। ਤੇ ਉਹਨਾਂ ਚਰਚਾਵਾਂ ਦੇ ਵਿੱਚ ਹੁਣ ਦਾਖਲਾ ਐਂਟਰੀ ਬੀਬਾ ਗੁਨੀਵ ਕੌਰ ਦੀ ਹੋਈ ਹੈ, ਜੋ ਅੱਜ ਚੁੱਪ ਚਪੀਤੇ ਮਜੀਠਾ ਵਿਧਾਨ ਸਭਾ ਹਲਕੇ ਤੋਂ ਕਾਗਜ਼ ਭਰ ਕੇ ਮੀਡੀਆ ਦੇ ਨਾਲ ਮੁਖਾਤਬ ਹੋਏ ਬਿਨਾਂ ਚਲੇ ਜਾਂਦੇ ਨੇ। ਤੇ ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਹ ਉਮੀਦਵਾਰ ਹੋ ਸਕਦੇ ਨੇ ਮਜੀਠਾ ਹਲਕੇ ਤੋਂ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ।